ਚੋਣ ਪ੍ਰਚਾਰ ਦੇ ਆਖਰੀ ਦੌਰ ਦੇ ਵਿੱਚ ਅਕਾਲੀ ਦਲ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ। ਅਬੋਹਰ ਦੇ ਵਿੱਚ ਸੁਖਬੀਰ ਬਾਦਲ ਨੇ ਕੀਤੀ ਰੈਲੀ ਤਾਂ ਅੰਮ੍ਰਿਤਸਰ ਪੂਰਬੀ ਵਿੱਚ ਮਜੀਠੀਆ ਨੇ ਕੱਢਿਆ ਰੋਡ ਸ਼ੋਅ। ਕਿਹਾ ਇਸ ਵਾਰ ਲੋਕਾਂ ਕੋਲ ਗੋਲਡਨ ਚਾਂਸ। ਸੱਤਾ ਵਾਪਸੀ ਲਈ ਕਾਂਗਰਸ ਨੇ ਵੀ ਲਾਈ ਪੂਰੀ ਬਾਹ। ਸੀਐਮ ਚੰਨੀ ਨੇ ਚਮਕੌਰ ਸਾਹਿਬ ਤੇ ਭਦੌੜ ਦੇ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ। ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਠੋਕਿਆ ਦਾਅਵਾ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੰਗੀਆਂ ਵੋਟਾਂ। ਪਟਿਆਲਾ ਵਿੱਚ ਕੱਢਿਆ ਰੋਡ ਸ਼ੋਅ। ਕੈਪਟਨ ਦੀ ਕੀਤੀ ਤਾਰੀਫ। ਕਿਹਾ ਕੈਪਟਨ ਦੇ ਨਾਲ ਮਿਲ ਕੇ ਬਣੇਗੀ ਸਰਕਾਰ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਬਣਾਉਣ ਦਾ ਭਰਿਆ ਦਮ। ਆਖਰੀ ਦਿਨ ਕੇਜਰੀਵਾਲ ਤੇ ਭਗਵੰਤ ਮਾਨ ਦਾ ਤਾਬੜਤੋੜ ਪ੍ਰਚਾਰ। ਕਈ ਹਲਕਿਆਂ ਦੇ ਵਿੱਚ ਕੱਢੇ ਰੋਡ ਸ਼ੋਅ। 3 ਘੰਟਿਆਂ ਬਾਅਦ ਥਮੇਗਾ ਚੋਣ ਪ੍ਰਚਾਰ ਦਾ ਸ਼ੋਰ। ਆਖਰੀ ਦੌਰ ਦੇ ਵਿੱਚ ਪਾਰਟੀਆਂ ਨੇ ਲਾਇਆ ਪੂਰਾ ਜ਼ੋਰ। 6 ਵਜੇ ਤੋਂ ਬਾਅਦ ਪ੍ਰਚਾਰ ਹੋਵੇਗਾ ਡੋਰ ਟੂ ਡੋਰ। ਥੋੜੀ ਦੇਰ ਦੇ ਵਿੱਚ ਪੰਜਾਬ ਬਾਰੇ ਆਪਣਾ ਰੋਡ ਮੈਪ ਪੇਸ਼ ਕਰੇਗੀ ਕਾਂਗਰਸ। ਚੰਡੀਗੜ੍ਹ 'ਚ ਜਾਰੀ ਕੀਤਾ ਜਾਵੇਗਾ ਮੈਨੀਫੈਸਟੋ। ਚੋਣਾਂ ਵਿੱਚ ਆਲੇ ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਤੇ ਪ੍ਰਮੁੱਖ ਸਿੱਖ ਹਸਤੀਆਂ ਦੇ ਨਾਲ ਕੀਤੀ ਮੁਲਾਕਾਤ। ਪਟਨਾ ਸਾਹਿਬ ਦੇ ਜਥੇਦਾਰ ਤੇ ਸੰਤ ਸੀਚੇਵਾਲ ਦੀ ਰਹੀ ਮੌਜੂਦ। ਕੁਮਾਰ ਵਿਸ਼ਵਾਸ ਦੇ ਬਿਆਨ ਤੇ ਮੰਗਾਈ ਸਿਆਸਤ। ਬੀਜੇਪੀ ਨੇ ਕੇਜਰੀਵਾਲ ਤੇ ਸਾਧੇ ਨਿਸ਼ਾਨਾ। ਅਨੁਰਾਗ ਠਾਕੁਰ ਬੋਲੇ ਲੋਕ ਚਾਹੁੰਦੇ ਨੇ ਖਾਲਿਸਤਾਨ। ਸੀਐਮ ਚੰਨੀ ਨੇ ਕੁਮਾਰ ਵਿਸ਼ਵਾਸ ਦੇ ਬਿਆਨਾਂ ਦੀ ਪੀਐਮ ਤੋਂ ਮੰਗੀ ਨਿਰਪੱਖ ਜਾਂਚ। ਬੋਲੇ ਵੱਖਵਾਦ ਖਿਲਾਫ ਲੜਦਿਆਂ ਪੰਜਾਬ ਨੇ ਚੁਕਾਈ ਹੈ ਵੱਡੀ ਕੀਮਤ। ਕੇਜਰੀਵਾਲ ਨੇ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਤੇ ਸਾਧੇ ਨਿਸ਼ਾਨਾ। ਕਿਹਾ ਮਿਲ ਕੇ ਫੈਲਾ ਰਹੇ ਝੂਠ। ਜੇ ਮਹਿਤਵਾਦੀ ਤਾਂ ਕਿਉਂ ਨਹੀਂ ਹੋਈ ਕਾਰਵਾਈ। ਵੋਟਿੰਗ ਤੋਂ ਪਹਿਲਾਂ ਕਾਂਗਰਸ ਦਾ ਬਾਗੀਆਂ ਤੇ ਐਕਸ਼ਨ। ਕੇਵਲ ਢਿੱਲੋਂ ਤੋਂ ਬਾਅਦ ਵਿਧਾਇਕ ਤਰਸੇਮ ਡੀਸੀ ਤੇ ਅਮਰੀਕ ਢਿੱਲੋਂ ਨੂੰ ਬਾਹਰ ਕੀਤਾ। ਕਪੂਰਥਲਾ ਦੇ ਵਰਕਿੰਗ ਪ੍ਰੈਜ਼ੀਡੈਂਟ ਨੂੰ ਵੀ ਕੀਤਾ ਆਊਟ। ਲਾਸਟ ਡੇ ਸ਼ੋ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਇੱਕ ਹਲਕੇ ਤੋਂ ਇੱਕ ਗਰਾਊਂਡ ਤੋਂ ਕਿਸ ਤਰ੍ਹਾਂ ਦੀ ਉਮੀਦਵਾਰਾਂ ਦੇ ਪ੍ਰਚਾਰ ਨੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੇ ਹੁਣ ਠੀਕ 3 ਘੰਟੇ ਬਾਅਦ ਇਹ ਪ੍ਰਚਾਰ ਥੰਮ ਜਾਏਗਾ ਔਰ ਉਸ ਤੋਂ ਬਾਅਦ ਡੋਰ ਟੂ ਡੋਰ ਪ੍ਰਚਾਰ ਜਿਹੜੇ ਨੇ ਉਮੀਦਵਾਰ ਕਰ ਸਕਣਗੇ, ਕਿਉਂਕਿ 2022 ਦੀਆਂ ਵੋਟਾਂ ਤੇ ਸਭ ਦੀ ਨਜ਼ਰ ਬਣੀ ਹੋਈ ਹੈ। ਨਾ ਸਿਰਫ ਪੰਜਾਬ ਦੀ ਬਲਕਿ ਪੂਰੇ ਦੇਸ਼ ਤੋਂ ਬਾਅਦ ਵਿਦੇਸ਼ਾਂ ਤੱਕ ਦੀ ਨਜ਼ਰ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ। ਕੌਣ ਇਸ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏਗਾ, ਕਿਉਂਕਿ ਕੰਪੀਟੀਸ਼ਨ ਜਿਹੜਾ ਹੈ ਉਹ ਬੇहद ਹੀ ਅਹਿਮ ਹੈ ਔਰ ਕਾਫੀ ਦਿਲਚਸਪ ਵੀ ਹੈ। ਜਿਸ ਤਰ੍ਹਾਂ ਦੇ ਨਾਲ ਪਹਿਲਾਂ ਸਮੀਕਰਨ ਸੀ ਉਸ ਤੋਂ ਬਿਲਕੁਲ ਵੱਖਰੇ ਸਮੀਕਰਨ ਹੁੰਦੇ ਨੇ। ਸੋ ਦੱਸ ਦਈਏ ਕਿ ਹੁਣ ਤੋਂ ਚੋਣ ਪ੍ਰਚਾਰ ਦੇ ਆਖਰੀ 3 ਘੰਟੇ ਬਾਕੀ ਨੇ। ਸਾਰੇ ਦਲਾਂ ਦੇ ਵੱਲੋਂ ਪੂਰਾ ਪ੍ਰਚਾਰ ਦੇ ਵਿੱਚ ਵਾਹ ਲਾਈ ਹੋਈ ਹੈ। ਤਾਬੜਤੋੜ ਪ੍ਰਚਾਰ ਕੀਤਾ ਜਾ ਰਿਹਾ ਹੈ। ਦਿੱਗਜਾਂ ਦੇ ਵੱਲੋਂ ਤਾਬੜਤੋੜ ਪ੍ਰਚਾਰ ਚੱਲ ਰਿਹਾ ਹੈ। ਸ਼ਾਮ 6 ਵਜੇ ਤੱਕ ਇਹ ਪ੍ਰਚਾਰ ਦਾ ਸ਼ੋਰ ਰੁਕ ਜਾਵੇਗਾ, ਕਿਉਂਕਿ 6 ਵਜੇ ਤੱਕ ਹੀ ਜਿਹੜਾ ਹੈ ਉਹ ਇਜਾਜ਼ਤ ਹੁੰਦੀ ਹੈ ਚੋਣ ਪ੍ਰਚਾਰ ਕਰਨ ਦੀ, ਕਿਉਂਕਿ ਵੋਟਾਂ ਤੋਂ ਠੀਕ 2 ਦਿਨ ਪਹਿਲਾਂ ਜਿਹੜਾ ਹੈ ਚੋਣ ਪ੍ਰਚਾਰ ਰੋਕ ਦਿੱਤਾ ਜਾਂਦਾ। ਸੋ 20 ਤਰੀਕ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤਾਂ ਅੱਜ 18 ਤਰੀਕ ਹੈ, ਤਾਂ ਅੱਜ ਸ਼ਾਮ 6 ਵਜੇ ਤੱਕ ਹੀ ਪ੍ਰਚਾਰ ਜਿਹੜਾ ਹੈ ਉਹ ਸਪੀਕਰਾਂ ਦੇ ਵਿੱਚ ਕੀਤਾ ਜਾ ਸਕੇਗਾ, ਕਿਉਂਕਿ ਹੁਣ ਤੱਕ ਦੇਖਿਆ ਜਾਵੇ ਤਾਂ ਹਰ ਹਲਕੇ ਦੇ ਵਿੱਚ ਰੋਡ ਤੇ ਸੜਕਾਂ ਤੇ ਵੱਡੇ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਨਜ਼ਰ ਆਣਗੇ ਔਰ ਹਰ ਇੱਕ ਉਮੀਦਵਾਰ ਜਿਹੜਾ ਆਪਣਾ ਲੋਕਾਂ ਤੱਕ ਪ੍ਰਚਾਰ ਪਹੁੰਚਾਉਣਾ ਚਾਹੁੰਦਾ ਹੈ ਕਿ ਉਹਨਾਂ ਦੀ ਪਾਰਟੀ ਅੱਗੇ ਵਾਸਤੇ ਕੀ ਕਰੇਗੀ। ਸੋ ਸਪੀਕਰ ਜਿਹੜੇ ਨੇ ਹੁਣ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੇ ਹੋਣਗੇ ਔਰ ਤੇਜ਼ੀ ਦੇ ਨਾਲ ਵੱਜ ਰਹੇ ਹੋਣਗੇ, ਪਰ ਇਹ ਸਪੀਕਰ 6 ਵਜੇ ਤੱਕ ਹੀ ਵੱਜ ਸਕਣਗੇ। ਉਸ ਤੋਂ ਬਾਅਦ ਇਜਾਜ਼ਤ ਨਹੀਂ ਹੈ ਔਰ ਬਾਅਦ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕੇਗਾ। ਸੋ ਇਸ ਵਿਚਕਾਰ ਅੱਗੇ ਵਧਦੇ ਹਾਂ ਔਰ ਥੋੜੀ ਦੇਰ ਦੇ ਵਿੱਚ ਜਾਰੀ ਹੋਵੇਗਾ ਕਾਂਗਰਸ ਦਾ ਮੈਨੀਫੈਸਟੋ। ਕਾਂਗਰਸ ਦੇ ਵੱਲੋਂ ਆਪਣੇ ਵਾਅਦਿਆਂ ਦਾ ਪਿਟਾਰਾ ਖੋਲਿਆ ਜਾਵੇਗਾ। ਸੀਐਮ ਚੰਨੀ ਅਤੇ ਸਿੱਧੂ ਮੈਨੀਫੈਸਟੋ ਜਾਰੀ ਕਰਨਗੇ। ਨਵਜੋਤ ਸਿੱਧੂ ਦੇ ਪੰਜਾਬ ਮਾਡਲ ਦੀ ਛਾਪ ਵਿਖਦੀ ਹੋਈ ਨਜ਼ਰ ਆਏਗੀ, ਕਿਉਂਕਿ ਵਾਅਦਾ ਚਰਨਜੀਤ ਚੰਨੀ ਨੇ ਕੀਤਾ ਹੈ ਕਿ ਉਹ ਪੰਜਾਬ ਮਾਡਲ ਜਿਹੜਾ ਉਹ ਲਾਗੂ ਕਰਨਗੇ ਜਦੋਂ ਸਰਕਾਰ ਆਏਗੀ। ਮਹਿਲਾਵਾਂ ਦੇ ਲਈ ਵੱਡੇ ਵਾਅਦੇ ਪਹਿਲਾਂ ਹੀ ਕਰ ਚੁੱਕੀ ਹੈ ਕਾਂਗਰਸ। ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਔਰ 8 ਸਿਲੰਡਰ 1 ਸਾਲ ਦੇ ਦੇਣ ਦਾ ਵਾਅਦਾ ਕੀਤਾ ਜਾ ਚੁੱਕਿਆ ਔਰ ਸਟੇਜਾਂ ਤੋਂ ਤਾਂ ਨਵਜੋਤ ਸਿੰਘ ਸਿੱਧੂ ਸਕੂਟਰੀ ਦੇਣ ਤੱਕ ਦਾ ਵਾਅਦਾ ਕਰ ਚੁੱਕੇ ਨੇ। ਸੋ ਵੇਖਣਾ ਹੋਵੇਗਾ ਮੈਨੀਫੈਸਟੋ ਦੇ ਵਿੱਚ ਹੋਰ ਕੀ ਕੁਝ ਖਾਸ ਹੁੰਦਾ। ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਰੋਜ਼ਗਾਰ ਨੂੰ ਅਹਿਮੀਅਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਤੇ ਸੁਰੱਖਿਆ ਤੋਂ ਇਲਾਵਾ ਜਿਹੜਾ ਖਾਸ ਤੌਰ ਤੇ ਜਿਹੜਾ ਸਿਹਤ ਦੀ ਗੱਲ ਕੀਤੀ ਜਾਵੇ ਔਰ ਸਿੱਖਿਆ ਦੀ ਗੱਲ ਕੀਤੀ ਜਾਵੇ। ਸਭ ਤੋਂ ਵੱਡਾ ਮੁੱਦਾ ਸਿੱਖਿਆ ਤੇ ਜੇਕਰ ਨਜ਼ਰ ਪਾਉਂਦੇ ਆ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ। ਸੋ ਥੋੜੀ ਦੇਰ ਬਾਅਦ ਚੋਣ ਪਿਟਾਰਾ।
तो थोड़ी देर ਦੇ ਵਿੱਚ ਮੈਨੀਫੈਸਟੋ ਜਾਰੀ ਹੋਵੇਗਾ। ਕਾਂਗਰਸ ਦੇ ਵੱਲੋਂ ਕਾਂਗਰਸ ਆਪਣਾ ਚੋਣ ਵਾਅਦਿਆਂ ਦਾ ਪਿਟਾਰਾ ਖੋਲੇਗੀ। ਖਾਸ ਤੌਰ ਤੇ ਅਹਿਮੀਅਤ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਔਰ ਸਿਹਤ ਨੂੰ ਲੈ ਕੇ ਤੇ ਸੁਰੱਖਿਆ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਮਹਿਲਾਵਾਂ ਨੂੰ ਲੈ ਕੇ ਇਹ ਵੱਡੇ ਐਲਾਨ ਜਿਹੜੇ ਨੇ ਸਾਫ਼ ਤੌਰ ਤੇ ਕੀਤੇ ਜਾ ਸਕਦੇ ਨੇ। ਹਾਲਾਂਕਿ किस तरह ਦੇ ਨਾਲ ਇਹ ਮੈਨੀਫੈਸਟੋ ਹੋਵੇਗਾ, ਹੋਰ ਕੀ ਕੁਝ ਵਿਲੱਖਣ ਹੋਏਗਾ, ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਸੀਂ ਮੈਨੀਫੈਸਟੋ ਵੇਖਦੇ ਹਾਂ ਤਾਂ ਹਰ ਇੱਕ ਵਿਭਾਗ ਨੂੰ ਜਿਹੜਾ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ, ਸਿੱਧੀ ਤਸਵੀਰ ਹੈ। ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਕਾਂਗਰਸ ਦੇ ਵੱਲੋਂ ਕੀਤੀ ਜਾਵੇਗੀ। ਚੋਣ ਮੈਨੀਫੈਸਟੋ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਇਸ ਵੇਲੇ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਜਿਹੜੀ ਹੈ 5 ਸਾਲ ਕਾਂਗਰਸ ਦੀ ਹੀ ਰਹੀ ਹੈ ਤੇ ਕਾਂਗਰਸ ਦਾ ਦਾਅਵਾ ਹੈ ਕਿ ਇਸ ਵਾਰ ਰਿਪੀਟ ਹੋਏਗੀ ਸਰਕਾਰ, ਦੁਬਾਰਾ ਤੋਂ ਸਰਕਾਰ ਬਣੇਗੀ। ਕਿਉਂਕਿ ਪਿਛਲੇ ਅਗਰ 10 ਸਾਲਾਂ ਦੀ ਗੱਲ ਕਰੀਏ ਤਾਂ ਲਗਾਤਾਰ 10 ਸਾਲ ਰਾਜ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਅਗਲੇ 5 ਸਾਲ ਮੌਕਾ ਕਿਸ ਨੂੰ ਮਿਲੇਗਾ, ਕਿਹੜੀ ਪਾਰਟੀ ਆਏਗੀ, ਕਿਉਂਕਿ ਇਸ ਵਾਰ ਬੇहद ਜ਼ਿਆਦਾ ਦਿਲਚਸਪ ਮੁਕਾਬਲਾ ਹੈ। ਤੇ ਇੱਥੋਂ ਹੁਣ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਏਗੀ ਔਰ ਖਾਸ ਤੌਰ ਤੇ ਜੇਕਰ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤਾਂ ਛਾਪ ਉਸ ਦੇ ਵਿੱਚ ਨਵਜੋਤ ਸਿੱਧੂ ਦੇ ਮਾਡਲ ਦੀ ਵੀ, ਪੰਜਾਬ ਮਾਡਲ ਦੀ ਵੀ ਆ ਸਕਦੀ ਹੈ। ਸੋ ਸਿੱਧੀ ਤਸਵੀਰ ਜਿਹੜੀ ਹੈ ਉਹ ਵੇਖ ਸਕਦੇ ਆ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ। ਇਸ ਤੋਂ ਪਹਿਲਾਂ ਦੀ ਤਸਵੀਰ ਹੈ ਭਦੌੜ ਦੇ ਵਿੱਚ ਉਹਨਾਂ ਨੇ ਜਦੋਂ ਰੋਡ ਸ਼ੋਅ ਕੱਢਿਆ। ਭਦੌੜ ਸੀਟ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਚੋਣ ਮੈਦਾਨ ਦੇ ਵਿੱਚ ਚਰਨਜੀਤ ਚੰਨੀ ਖੁਦ ਨੇ ਔਰ ਦੂਸਰੇ ਪਾਸੇ ਚਮਕੌਰ ਸਾਹਿਬ ਤੋਂ ਵੀ ਚੋਣ ਲੜ ਰਹੇ ਨੇ। ਤਾਂ ਭਦੌੜ ਸੀਟ ਜਿਹੜੀ ਹੈ ਉੱਥੋਂ ਰੋਡ ਸ਼ੋਅ ਕੱਢਿਆ ਗਿਆ ਔਰ ਅੱਜ ਦੋਵੇਂ ਸੀਟਾਂ ਤੇ ਜ਼ੋਰ ਲਾਇਆ ਗਿਆ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ, ਕਿਉਂਕਿ ਆਖਰੀ ਮੌਕਾ ਹੈਗਾ ਅੱਜ ਚੋਣ ਪ੍ਰਚਾਰ ਦਾ। ਸ਼ਾਮ 6 ਵਜੇ ਤੱਕ ਦਾ ਆਖਰੀ ਮੌਕਾ ਹੈ ਤੇ ਸਭ ਆਪਣਾ ਪੂਰਾ ਜ਼ੋਰ ਲਾਉਂਦੇ ਹੋਏ ਨਜ਼ਰ ਆਏ ਨੇ ਰੋਡ ਸ਼ੋਅ ਦੇ ਰਾਹੀਂ, ਵੱਖੋ ਵੱਖਰੇ ਤਰੀਕਿਆਂ ਦੇ ਰਾਹੀਂ। ਸੋ ਆਖਰੀ ਦਿਨ ਹੈ ਤੇ ਆਖਰੀ ਸ਼ੋਅ ਕਹਿ ਸਕਦੇ ਆ, ਪਰ ਛਾਪ ਕਿਸ ਦੀ ਇਹਨਾਂ ਸ਼ੋਅ ਦੇ ਰਾਹੀਂ ਲੋਕਾਂ ਦੇ ਦਿਲਾਂ ਤੱਕ ਰਹੇਗੀ, ਇਹ ਸਭ ਤੋਂ ਵੱਡਾ ਸਵਾਲ ਹੈ। ਕਿਹੜੀ ਪਾਰਟੀ, ਕਿਹੜਾ ਉਮੀਦਵਾਰ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ, ਇਹ ਵੀ ਸਭ ਤੋਂ ਵੱਡਾ ਸਵਾਲ ਹੈ। ਕਿਉਂਕਿ ਇਸ ਵਾਰ ਲੋਕ ਜਿਹੜੇ ਨੇ ਉਹ ਕਹਿ ਸਕਦੇ ਆ ਕਿ ਬੋਲ ਘੱਟ ਰਹੇ ਨੇ, ਤਾਂ ਵੋਟ ਜਿਹੜੀ ਹੈ ਉਹ ਕਿਸ ਦੇ ਖਾਤੇ ਜਾਵੇਗੀ ਇਹ ਵੀ ਕਾਫੀ ਅਹਿਮ ਹੈ। ਕਿਉਂਕਿ ਜ਼ਿਆਦਾਤਰ ਬੋਲ ਕੇ ਆਪਣਾ ਦਿਲ ਫਰੋਲਿਆ ਨਹੀਂ ਜਾ ਰਿਹਾ, ਬਲਕਿ ਸਿੱਧੇ ਤੌਰ ਤੇ ਜਿਹੜਾ ਉਹ ਵੋਟ ਤੇ ਹੀ ਜਾ ਕੇ ਕੰਮ ਕੀਤਾ ਜਾਵੇਗਾ। ਮੈਂ ਹਲਕਾ ਭਦੌੜ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਭਦੌੜ ਵਿੱਚੋਂ ਇਲੈਕਸ਼ਨ ਲੜ ਰਿਹਾ ਤੇ ਭਦੌੜ ਵਿੱਚੋਂ ਇਲੈਕਸ਼ਨ ਲੜ ਕੇ ਜੋ ਮੈਨੂੰ ਭਦੌੜ ਚੋਂ, ਤਪੇ ਚੋਂ, ਪਿੰਡਾਂ ਚੋਂ ਉਤਸ਼ਾਹ ਮਿਲ ਰਿਹਾ, ਉਸ ਲਈ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਲੋਕ ਉਮੜ ਕੇ ਆ ਰਹੇ। ਅੱਜ ਮੈਂ ਰੋਡ ਸ਼ੋਅ ਵੀ ਕਰ ਰਿਹਾ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਾਰੇ ਪਿੰਡਾਂ 'ਚ ਬੇਸ਼ੱਕ ਆ ਨਹੀਂ ਸਕਿਆ, ਪਰ ਇਹ ਨਾ ਸਮਝੋ ਕਿ ਮੈਂ ਤੁਹਾਡੇ ਤੋਂ ਦੂਰ ਹੈ। ਮੈਂ ਭਦੌੜ ਵਿੱਚ ਹੀ ਰਹਿਣਾ ਹੈ, ਇੱਥੇ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਹੈ, ਮਕਾਨ ਲੈ ਕੇ ਇੱਥੇ ਰਹਾਂਗਾ ਤੇ ਉਮੀਦ ਹੈ ਤੁਸੀਂ ਬਹੁਤ ਵੱਡੀਆਂ ਵੋਟਾਂ ਤੇ ਜਿਤਾਓਗੇ ਤੇ ਆਪਾਂ ਇਕੱਠੇ ਹੋ ਕੇ ਭਦੌੜ ਹਲਕੇ ਦਾ ਵਿਕਾਸ ਕਰਾਂਗੇ। ਦਵਾਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਜਿਹੜਾ ਇੱਥੇ ਮਕਾਨ ਲੈ ਕੇ ਰਿਹਾ ਜਾਵੇਗਾ, ਲੋਕਾਂ ਦੀ ਸੇਵਾ ਕੀਤੀ ਜਾਵੇਗੀ। ਕਿਉਂਕਿ ਕਾਫੀ ਅਹਿਮ ਰਹਿ ਜਾਂਦਾ ਜਦੋਂ 2 ਸੀਟਾਂ ਤੇ ਕੋਈ ਉਮੀਦਵਾਰ ਖੜਾ ਹੋਵੇ। ਇਹੋ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਸੀਗੀ ਮਜੀਠੀਆ ਹੋਰਾਂ ਦੇ ਮਾਮਲੇ 'ਚ। ਸੋ ਭਦੌੜ ਦੇ ਵਿੱਚ ਸੀਐਮ ਚੰਨੀ ਦਾ ਰੋਡ ਸ਼ੋਅ ਹੈ ਔਰ ਦੂਸਰੇ ਪਾਸੇ ਚਮਕੌਰ ਸਾਹਿਬ ਦੇ ਵਿੱਚ ਵੀ ਸੀਐਮ ਚੰਨੀ ਦੀ ਰੈਲੀ ਨਜ਼ਰ ਆਈ ਹੈ, ਕਿਉਂਕਿ ਦੋਵੇਂ ਸੀਟਾਂ ਤੇ ਅੱਜ ਪੂਰਾ ਪ੍ਰਚਾਰ ਕੀਤਾ ਗਿਆ, ਪੂਰਾ ਜ਼ੋਰ ਲਗਾਇਆ ਗਿਆ। ਖਾਸ ਤੌਰ ਤੇ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਨੇ ਹੌਟ ਸੀਟਾਂ ਤੇ ਔਰ ਹੌਟ ਸੀਟਾਂ ਦੇ ਵਿੱਚੋਂ ਇਹ ਸੀਟਾਂ ਵੀ ਆਉਂਦੀਆਂ ਨੇ, ਦੋਵੇਂ ਭਦੌੜ ਦੀ ਸੀਟ ਵੀ ਤੇ ਦੂਸਰੇ ਪਾਸੇ ਚਮਕੌਰ ਸਾਹਿਬ ਦੀ ਵੀ। ਚਮਕੌਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੋਂ ਜਿਹੜਾ ਹੁਣ ਤੱਕ ਉਮੀਦਵਾਰੀ ਦੇ ਤੌਰ ਤੇ ਖੜੇ ਹੁੰਦੇ ਰਹੇ ਨੇ ਚਰਨਜੀਤ ਚੰਨੀ, ਨਾ ਸਿਰਫ ਬਲਕਿ ਜਿੱਤਦੇ ਵੀ ਰਹੇ ਨੇ। ਇਸ ਤੋਂ ਪਹਿਲਾਂ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ, ਉਸ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਲਗਾਤਾਰ ਵਿਧਾਇਕ ਬਣਦੇ ਆ ਰਹੇ ਨੇ। ਤਾਂ ਇਸ ਵਾਰ ਦੀ ਗੱਲ ਕਰੀਏ ਤਾਂ ਕੌਣ ਮੁਕਾਬਲੇ ਦੇ ਵਿੱਚ ਅੱਗੇ ਆਏਗਾ, ਇਹ ਅਹਿਮ ਹੈ। ਔਰ ਦੂਸਰੀ ਤਸਵੀਰ ਜਿਹੜੀ ਹੈ ਸਾਫ਼ ਤੌਰ ਤੇ ਤੁਸੀਂ ਚਮਕੌਰ ਸਾਹਿਬ ਦੀ ਦੇਖ ਸਕਦੇ ਹੋ। ਚਮਕੌਰ ਸਾਹਿਬ ਦੇ ਵਿੱਚ ਇਸ ਵਾਰ ਕਿਸ ਦਾ ਸਿੱਕਾ ਚੱਲੇਗਾ, ਕਿ ਦੁਬਾਰਾ ਤੋਂ ਚਰਨਜੀਤ ਚੰਨੀ ਹੋਰਾਂ ਨੂੰ ਮੌਕਾ ਇੱਥੋਂ ਦੇ ਲੋਕ ਦੇਣਗੇ ਜਾਂ ਫਿਰ ਕੋਈ ਹੋਰ ਪਾਰਟੀ ਇਸ ਵਾਰ ਪਸੰਦ ਆਉਂਦੀ ਹੈ, ਇਹ ਬਹੁਤ ਹੀ ਦਿਲਚਸਪ ਸਵਾਲ ਹੈ ਔਰ ਇਸ ਦੀ ਗੁੱਥੀ ਜਿਹੜੀ ਹੈ ਅਜੇ ਸਾਫ਼ ਨਹੀਂ ਹੋਏਗੀ, ਪਰ ਜ਼ਰੂਰ 20 ਤਰੀਕ ਨੂੰ ਵੋਟਾਂ ਲੋਕਾਂ ਨੇ ਪਾਉਣੀਆਂ। ਸੋ 2 ਤਸਵੀਰਾਂ ਨੇ। ਭਦੌੜ ਤੋਂ ਪਹਿਲੀ ਤਸਵੀਰ ਹੈ ਜਿੱਥੇ ਰੋਡ ਸ਼ੋਅ ਕੱਢਿਆ ਗਿਆ ਔਰ ਉੱਥੇ ਵਿਸ਼ਵਾਸ ਲੋਕਾਂ ਨੂੰ ਦਿਵਾਇਆ ਗਿਆ ਕਿ ਤੁਹਾਡੇ ਵਿੱਚ ਹੀ ਰਵਾਂਗਾ, ਮਕਾਨ ਲੈ ਕੇ ਇੱਥੇ ਹੀ ਜਿਹੜਾ ਮੇਰੀ ਰਿਹਾਇਸ਼ ਹੋਏਗੀ ਤਾਂ ਲੋਕਾਂ ਦੀ ਸੇਵਾ ਹੋਏਗੀ। ਤਾਂ ਦੂਸਰੀ ਤਸਵੀਰ ਹੈ ਚਮਕੌਰ ਸਾਹਿਬ ਦੀ, ਜਿੱਥੇ ਹੁਣ ਤੱਕ ਰਹਿੰਦੇ ਵੀ ਆਏ ਨੇ। ਖਾਸ ਤੌਰ ਤੇ ਜੇਕਰ ਚਰਨਜੀਤ ਚੰਨੀ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਉਹਨਾਂ ਦੀ ਗੱਲ ਕਰੀਏ ਔਰ ਇਸ ਤੋਂ ਇਲਾਵਾ ਇੱਥੋਂ ਜਿੱਤਦੇ ਵੀ ਆਏ ਨੇ। ਸੋ 2 ਸੀਟਾਂ ਤੇ ਚਰਨਜੀਤ ਚੰਨੀ ਚੋਣ ਮੈਦਾਨ 'ਚ ਨੇ ਤੇ ਇੱਥੇ ਪੂਰਾ ਜ਼ੋਰ ਅੱਜ ਅਖਰਲੇ ਦਿਨ ਜਿਹੜਾ ਪ੍ਰਚਾਰ ਦੇ ਲਗਾਇਆ ਗਿਆ ਔਰ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਵੱਡਾ ਇਕੱਠ ਹਾਲਾਂਕਿ ਅਸੀਂ ਹਰ ਰੈਲੀ ਦੇ ਵਿੱਚ ਵੇਖ ਰਹੇ ਹਾਂ, ਅਜਿਹੀ ਕੋਈ ਰੈਲੀ ਜਾਂ ਰੋਡ ਸ਼ੋਅ ਨਹੀਂ ਹੈ ਜਿੱਥੇ ਵੱਡਾ ਇਕੱਠ ਨਹੀਂ ਹੈ। ਤਾਂ ਇੱਥੇ ਵੀ ਚਮਕੌਰ ਸਾਹਿਬ ਦੇ ਵਿੱਚ ਨਜ਼ਰ ਆਏ ਨੇ ਲੋਕ।
ਸੋ ਲਗਾਤਾਰ ਨਜ਼ਰ ਬਣੀ ਹੋਈ ਹੈ ਕਿ ਆਖਰਕਾਰ ਆਖਰੀ ਦਿਨ ਯਾਨੀ ਕਿ ਲਾਸਟ ਸ਼ੋਅ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਚਾਰ ਹੈ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।